ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਟੋਰਾਂਟੋ ਦੇ ਵਿੱਚ ਆਸ-ਪਾਸ ਇਲਾਕਿਆਂ ਦੇ ਵਿੱਚ ਕੀ ਕੁਝ ਵਾਪਰਿਆ, ਕੀ ਕੁਝ ਹੋ ਰਿਹਾ ਜੀ? ਪਹਿਲਾਂ ਜੌਲ ਸਾਹਿਬ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ, ਵੈਰੀ ਗੁੱਡ ਈਵਨਿੰਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼, ਬਹੁਤ ਮਿਹਰਬਾਨੀ। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ। ਪਹਿਲਾਂ ਤਾਂ ਜੌਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਜਦੋਂ ਵੀ ਮੈਂ ਆਵਾਜ਼ ਮਾਰਾਂ ਤੁਸੀਂ ਮੁੱਢਲੇ ਰੂਪਾਂ ਦੇ ਵਿੱਚੋਂ ਖੜੇ ਹੋ ਜਾਂਦੇ ਸਪੋਰਟ ਲਈ, ਦੇਣ ਲਈ। ਥੈਂਕ ਯੂ ਸੋ ਮਚ। ਨਹੀਂ, ਨੋ ਪ੍ਰੋਬਲਮ। ਕੋਈ ਹੈਜ਼ੀਟੇਟ ਨਹੀਂ ਕਰਨਾ ਅਰਸ਼, ਕਿਉਂਕਿ ਆਪਣੇ ਸਰੋਤੇ ਆ, ਦਰਸ਼ਕ ਹੈ, ਔਰ ਜਿਹੜਾ ਪ੍ਰੋਗਰਾਮਾਂ ਦਾ ਮਕਸਦ ਹੈ ਮੇਨ ਵੀ ਉਹ ਆਪਾਂ ਰੱਖਿਆ ਹੋਇਆ ਵੀ ਜਿਹੜੀ ਐਜੂਕੇਸ਼ਨ ਹੈ, ਵੀ ਅਵੇਅਰਨੈਸ ਹੈ, ਜਾਗਰੂਕਤਾ ਹੈ ਜੀ। ਭਾਵੇਂ ਕਿ ਥੋੜ੍ਹੀ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਕੁਝ ਜਿਹੜੀਆਂ ਆਮ ਗੱਲਾਂ ਆ ਉਹਦੇ ਵਿੱਚ ਭੈਣ ਭਰਾਵਾਂ ਦਾ ਅਕਸਰ ਹੁੰਦਾ ਵੀ ਸਾਨੂੰ ਪਤਾ ਨਹੀਂ ਲੱਗਾ, ਸਾਨੂੰ ਦੱਸਿਆ ਨਹੀਂ ਜੀ। ਪਰ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਜਾਣੀ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਇੱਥੋਂ ਅਸੀਂ ਕੈਨੇਡਾ 'ਚੋਂ ਝੋਲੀਆਂ ਭਰ ਸਕਦੀਆਂ ਆ, ਆਪਣੀਆਂ ਇੱਥੋਂ ਵੈਲਫੇਅਰ ਲੈ ਸਕਦੇ ਹਾਂ, ਇੱਥੋਂ ਘੱਟ ਕਿਰਾਏ ਵਾਲਾ ਘਰ ਲੈ ਸਕਦੇ ਹਾਂ, ਇੱਥੋਂ ਅਸੀਂ ਜੇ ਆਪਣੇ ਜੇ ਮਤਲਬ ਦੰਦਾਂ ਦਾ ਇਲਾਜ ਕਵਰਡ ਆ ਤੇ ਉਹ ਜਾ ਕੇ ਕਰਾ ਸਕਦੇ ਹਾਂ, ਜਾਂ ਹੋਰ ਜੋ ਕੁਛ ਵੀ ਤੇ ਇੱਥੋਂ ਸਾਨੂੰ ਲੀਗਲ ਏਡ ਮਿਲ ਜਾਣੀ ਆ। ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗ ਜਾਂਦਾ ਆ। ਹੁਣ ਇਹ ਸਾਨੂੰ ਪਤਾ ਕਿਉਂ ਲੱਗ ਜਾਂਦਾ ਆ? ਕਿਉਂਕਿ ਵੀ ਇਹ ਆਪਾਂ ਜ਼ਰੂਰਤ ਹੋਣ ਕਰਕੇ ਪਤਾ ਕਰਨ ਵੱਲ ਧਿਆਨ ਦਿੰਦੇ ਆ ਜੀ। ਠੀਕ ਏਦਾਂ ਹੀ ਫਿਰ ਉਹ ਜਿਹੜੀਆਂ ਗੱਲਾਂ ਸਾਨੂੰ ਪਤਾ ਨਹੀਂ ਲੱਗਦੀਆਂ ਵੀ ਅਸੀਂ ਐਕਸਕਿਊਜ਼ ਬਹਾਨਾ ਤੇ ਬਣਾਉਂਦੇ ਵੀ ਸਾਨੂੰ ਦੱਸਿਆ ਨਹੀਂ, ਪਰ ਦੱਸਿਆ ਨਹੀਂ ਤੇ ਚਲੋ ਪੁੱਛਿਆ ਵੀ ਨਹੀਂ ਫਿਰ, ਹਨਾ। ਜੇ ਪਤਾ ਨਹੀਂ ਲੱਗਾ ਤੇ ਪਤਾ ਕਰਨ ਲਈ ਵੀ ਕੁਛ ਨਹੀਂ ਕੀਤਾ ਜੀ, ਕਿਉਂਕਿ ਕਿਸੇ ਨੇ ਆ ਕੇ ਇਹ ਤਾਂ ਦੱਸਿਆ ਨਹੀਂ ਵੀ ਲੀਗਲ ਏਡ ਕਿੱਥੋਂ ਮਿਲਣੀ ਆ, ਕਿਸੇ ਨੇ ਨਹੀਂ ਆ ਕੇ ਦੱਸਿਆ ਵੈਲਫੇਅਰ ਕਿੱਥੋਂ ਮਿਲਣੀ ਆ, ਕਿਸੇ ਨੇ ਨਹੀਂ ਆ ਕੇ ਦੱਸਿਆ ਵੀ ਤੁਹਾਨੂੰ ਘੱਟ ਕਿਰਾਏ ਵਾਲਾ ਘਰ ਕਿੱਥੋਂ ਮਿਲ ਜਾਣਾ ਆ, ਕਿਸੇ ਨੇ ਨਹੀਂ ਇਹ ਸਕੀਮਾਂ ਦੱਸੀਆਂ ਵੀ ਘੱਟ ਕਿਰਾਏ ਵਾਲਾ ਘਰ ਲੈ ਕੇ ਗਾਂ ਕਿਰਾਏ ਤੇ ਵੀ ਦੇ ਦੇਣਾ। ਸੋ ਕਹਿਣ ਦਾ ਮਤਲਬ ਵੀ ਇਹ ਜਦੋਂ ਅਸੀਂ ਸਕੀਮਾਂ ਘੜ ਸਕਦੇ ਹਾਂ ਬਿਨਾਂ ਦੱਸਿਆਂ, ਬਿਨਾਂ ਹੀ ਜਾਣੀ ਕਿ ਕਿਸੇ ਦੇ ਦੱਸਿਆਂ ਜਾਂ ਬਿਨਾਂ ਕਿਤੋਂ ਪਤਾ ਕੀਤਿਆਂ ਪਤਾ ਆਪਾਂ ਕਰ ਲੈਂਦੇ ਹਾਂ ਜੋ ਕਰਨਾ ਹੁੰਦਾ। ਸੋ ਫਿਰ ਵੀ ਲੇਕਿਨ ਕਿ ਵੀ ਕੁਝ ਗੱਲਾਂ ਦੇ ਵਿੱਚ ਆਪਾਂ ਨੋਟ ਕਰਦੇ ਹਾਂ ਵੀ ਸਾਲੋ ਸਾਲ ਭਾਵੇਂ ਉਹਨਾਂ ਦਾ ਹੋਕਾ ਦਈ ਚੱਲੋ ਤੇ ਉਹ ਪੱਥਰ ਤੇ ਪਾਣੀ ਪਾਉਣ ਵਾਂਗੂ ਵੀ ਜਾਣੀ ਨਿਸ਼ਾਨ ਪੈਣ ਨੂੰ ਬਹੁਤ ਟਾਈਮ ਲੱਗ ਜਾਂਦਾ ਵੀ ਉਹ ਪਤਾ ਦੱਸਦਿਆਂ ਵੀ ਨਹੀਂ ਲੱਗਦਾ। ਸੋ ਤਦ ਕਰਕੇ ਆ ਜੀ ਵੀ ਇਹ ਚਲੋ ਹੁਣ ਮੀਡੀਆ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ, ਦੱਸ ਸਕਦਾ, ਸ਼ੇਅਰ ਕਰ ਸਕਦਾ ਗੱਲਾਂ ਜੀ। ਉਹਦੇ ਵਿੱਚ ਹੁਣ ਕਈ ਵਾਰੀ ਸੁਣਦਿਆਂ ਕਰਦਿਆਂ ਵੀ ਭਾਵੇਂ ਦੱਸੀਏ ਆਪਾਂ ਸਧਾਰਨ ਪੰਜਾਬੀ ਦੇ ਵਿੱਚ ਹੀ, ਹਨਾ, ਅਕਸਰ ਫੇਰ ਵੀ ਜਾਣੀ ਵਿੱਚੋਂ ਫੋਨ ਆ ਜਾਣਗੇ ਵੀ ਆਹ ਗੱਲ ਏਦਾਂ ਸੀ ਤੇ ਦੱਸੋ ਕਿੱਦਾਂ ਸੀ, ਹਾਂਜੀ। ਤੇ ਫਿਰ ਹੁਣ ਦੇਖੋ ਵੀ ਆਪਾਂ ਸਧਾਰਨ ਪੰਜਾਬੀ 'ਚ ਗੱਲਾਂ ਕਰ ਰਹੇ ਹਾਂ। ਪੰਜਾਬੀ ਆਪਣੀ ਸਾਰਿਆਂ ਦੀ ਮਾਂ ਬੋਲੀ ਆ ਕਹਿ ਲਓ ਵੀ ਇਹਦੇ ਵਿੱਚ ਸਧਾਰਨ ਹੁਣ ਇਹ ਦੱਸੀਆਂ ਹੋਈਆਂ ਗੱਲਾਂ ਫਿਰ ਜੇ ਨਹੀਂ ਸਮਝ ਲੱਗੀਆਂ ਦਾ ਮਤਲਬ ਵੀ ਓਨਾ ਹੀ ਦਿਲਚਸਪੀ ਨਹੀਂ ਸੀਗੀ ਸੁਣਨ ਦੇ ਵਿੱਚ, ਹਨਾ ਜੀ। ਸੋ ਤਦ ਕਰਕੇ ਇਹ ਆ ਵੀ ਮਨਾਂ ਦੇ ਵਿੱਚ ਜਿਹੜਾ ਨਾ ਵੀ ਖਾਂਦਿਆਂ ਪੀਂਦਿਆਂ ਸੌਂਦਿਆਂ ਉੱਠਦਿਆਂ ਬੈਠਦਿਆਂ ਇੱਧਰ ਉੱਧਰ ਸੁਣਦਿਆਂ ਦੇਖਦਿਆਂ ਵੀ ਜਿਹੜਾ ਆਪਣਾ ਹੀ ਜਾਣੀ ਇੱਕ ਵਿਚਾਰਾਂ ਦਾ ਸੰਸਾਰ ਸਿਰਜ ਕੇ ਰੱਖਿਆ ਜਾਂਦਾ ਜੀ। ਉਹ ਵਿਚਾਰਾਂ ਦਾ ਇੱਕ ਦਿਮਾਗ ਦੇ ਵਿੱਚ ਆਪਣਾ ਹੀ ਸੰਸਾਰ ਚੱਲਦਾ ਹੋਣ ਕਰਕੇ ਵੀ ਕੀ ਲਾਗੇ ਗੱਲ ਚੱਲ ਰਹੀ ਆ ਉਧਰ ਨਹੀਂ ਫਿਰ ਕਈ ਵਾਰੀ ਉਹਨਾਂ ਧਿਆਨ ਬਣਦਾ ਦਿੱਤਾ ਜਾਣਾ ਜਿੰਨਾ ਕੁ ਚਾਹੀਦਾ ਜੀ, ਜਾਂ ਫਿਰ ਜਦੋਂ ਮਨ ਨਹੀਂ ਜੁੜਦਾ। ਤੇ ਕੁੱਲ ਮਿਲਾ ਕੇ ਇਹ ਆ ਜੀ ਵੀ ਜਿਹੜੀਆਂ ਚੀਜ਼ਾਂ ਆਪਾਂ ਪਤਾ ਕਰਨੀਆਂ ਹੋਣ, ਦਿਲਚਸਪੀ ਹੋਵੇ, ਆਪਾਂ ਪਤਾ ਕਰ ਲੈਂਦੇ ਆ ਜੀ। ਤੇ ਜੇ ਫਿਰ ਜਿਹੜੀਆਂ ਚ ਸਾਨੂੰ ਨਹੀਂ ਵੀ ਅਸੀਂ ਨਹੀਂ ਇਹਦੇ ਵਿੱਚ ਕੋਈ ਹੱਥ ਹਿਲਾਉਣਾ ਤੇ ਉਹ ਅਸੀਂ ਬਹਾਨਾ ਕਰ ਲੈਣਾ ਵੀ ਸਾਨੂੰ ਪਤਾ ਨਹੀਂ ਸੀ। ਅੱਜ ਤਾਂ ਹੁਣ ਮਤਲਬ ਕੋਈ ਵੀ ਆ ਹੇਰਾ ਫੇਰੀ ਫਰਾਡ ਆਸ-ਪਾਸ ਦੇ ਵਿੱਚ ਅਸੀਂ ਉਹ ਘੁਣ ਕਿੰਨਾ ਆ, ਪਰ ਦੇਖੀ ਤੁਰੀ ਜਾ ਰਹੇ ਆਪਾਂ ਅੱਖਾਂ ਜਾਣੀ ਕਿ, ਹਨਾ। ਸਾਰੇ ਕਰਦੇ ਹਰੇਕ ਕਰਦੇ, ਸਾਰੇ ਕਰਦੇ ਹਰੇਕ ਕਰਦੇ ਜੀ। ਜਦੋਂ ਕੋਈ ਪੁੱਛ ਲਈਏ ਵੀ ਸਾਰੇ ਕਰਦੇ ਹਰੇਕ ਕਰਦੇ ਦੱਸੋ ਕੌਣ ਆ, ਨੇਮ ਇਟ, ਬਸ ਉੱਥੇ ਹੀ ਬਸ ਜ਼ਬਾਨ ਫੇਰ ਮੂੰਹ ਨਹੀਂ ਖੁੱਲਦਾ, ਹਨਾ ਜੀ। ਸੋ ਸਾਰੇ ਕਰਦੇ ਹਰੇਕ ਕਰਦੇ ਜਦੋਂ ਕਿ ਪਤਾ ਵੀ ਆ ਵੀ ਕੌਣ ਕਰਦੇ ਤੇ ਕੌਣ ਕਰਦੀਆਂ। ਸੋ ਇਹ ਆ ਜੀ ਵੀ ਹੁਣ ਜਿਹੋ ਜਿਹੇ ਆਪਾਂ ਸਵਾਲ ਲੈ ਕੇ ਆਏ ਆ ਉਸ ਤਰੀਕੇ ਦੇ ਨਾਲ ਆਪਾਂ ਇੱਥੇ ਵੀ ਜਾਣੀ ਕਿ ਫਿਰ ਉਹ ਗੱਲਾਂ ਬਣਾਉਂਦੇ ਆ ਵੀ ਇਹ ਚੋਰ ਚੋਰਨੀਆਂ, ਫਰਾਡ ਫਰਾਡਣੀਆਂ, ਉਹਨਾਂ ਦਾ ਆਪਾਂ ਸਿੱਧੇ ਰੂਪ ਦੇ ਵਿੱਚ ਜਾਂ ਸਿੱਧੇ ਰੂਪ ਦੇ ਵਿੱਚ ਵੀ ਕਈ ਵਾਰੀ ਸਾਥ ਦਿੰਦੇ ਆ। ਤਦੇ ਕਰਕੇ ਵੀ ਅਸੀਂ ਆਉਣੇ ਨੰਬਰ 1 ਮੁਲਕ ਦੇ ਵਿੱਚ ਆਪਣੇ ਜੀਵਨ ਦੀ ਬਿਹਤਰੀ ਲਈ ਜੀ। ਅਸੀਂ ਬਹਾਨੇ ਫਿਰ ਕਈ ਵਾਰ ਹੁੰਦੇ ਬੱਚਿਆਂ ਦੇ ਜੀਵਨ ਦੀ ਬਿਹਤਰੀ ਲਈ ਆਏ ਆ, ਪਰ ਕਿੰਨਾ ਕੁ ਆਪਣਾ ਜੀਵਨ ਬਿਹਤਰ ਕੀਤਾ, ਕਿੰਨਾ ਕੁ ਬੱਚਿਆਂ ਦਾ ਜੀਵਨ ਬਿਹਤਰ ਹੋਇਆ, ਬਹੁਤ ਸਾਰੇ ਘਰੋਂ ਘਰੀ ਇਹ ਸਾਨੂੰ ਮਤਲਬ ਪਤਾ ਲੱਗਦਾ ਹੀ ਰਹਿੰਦਾ ਵੀ ਕਿੰਨੇ ਕੁ ਸੁਪਨੇ ਸੱਚ ਹੋਏ। ਉਹਦੇ ਵਿੱਚ ਫਿਰ ਕਿਤੇ ਨਾ ਕਿਸੇ ਤੇ ਜਾਣੀ ਕਿ ਵੀ ਇਹ ਰੋਲ ਪਲੇ ਕਰਦਾ ਵੀ ਜੋ ਸਾਨੂੰ ਕਰਨਾ ਬਣਦਾ ਸੀ ਉਹਦੇ ਵਿੱਚ ਢਿੱਲ ਰਹੀ ਜ਼ਰੂਰ ਆ। ਇਹ ਨਹੀਂ ਗਾ ਵੀ ਜੇ ਜ਼ਿੰਦਗੀ 'ਚ ਅਸੀਂ ਆ ਕੇ ਵੀ ਕਿਸੇ ਤਰੀਕੇ ਨਾਲ ਕਾਮਯਾਬ ਹੋ ਗਏ ਤੇ ਉਹ ਮੇਰੇ ਕਰਕੇ ਆ, ਮੈਂ ਆਪਣੀ ਪਿੱਠ ਥਾਪੜਾ, ਤੇ ਜੇ ਕਿਸੇ ਗੱਲ 'ਚ ਮੈਂ ਫੇਲ ਹੋ ਗਿਆ, ਅਸਫਲ ਹੋ ਗਈ, ਉਹ ਫਿਰ ਸਰਕਾਰਾਂ ਦਾ ਕਸੂਰ ਆ, ਉਹ ਫਿਰ ਸਿਸਟਮ ਦਾ ਕਸੂਰ ਆ, ਉਹ ਫਿਰ ਗੁਆਂਢੀਆਂ ਦਾ ਕਸੂਰ ਆ, ਉਹ ਫਿਰ ਪਰਿਵਾਰ ਦੇ ਬਾਕੀ ਜੀਆਂ ਦਾ ਕਸੂਰ ਆ, ਉਹ ਫਿਰ ਰਿਸ਼ਤੇਦਾਰਾਂ ਦਾ ਕਸੂਰ ਆ। ਜਦ ਕਿ ਹੁਣ
ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਤਾਂ ਇਹੀ ਕਹਿੰਦੇ ਆ ਵੀ ਜੇ ਭਾਈ ਸੁੱਖ ਤੇਰੇ ਆਪਣੇ ਕਰਕੇ ਆ ਤੇ ਦੁੱਖ ਵੀ ਤੇਰੇ ਆਪਣੇ ਕਰਕੇ ਹੀ ਆ। ਇਹ ਹੁਣ ਹੋ ਸਕਦਾ ਵੀ ਜਾਣੀ ਦੁੱਖ ਤੇਰੇ ਜਿਹੜਾ ਆਪਣੇ ਕਰਕੇ ਆ, ਉਹਦਾ ਬੀਜ ਜਦੋਂ ਬੋਇਆ ਸੀ ਉਹਨੂੰ ਉੱਗਣ ਨੂੰ, ਪੌਦਾ ਬਣਨ ਨੂੰ, ਦਰਖਤ ਬਣਨ ਨੂੰ ਟਾਈਮ ਲੱਗ ਗਿਆ ਹੋਵੇ ਤੇ ਤੈਨੂੰ ਭੁੱਲ ਹੀ ਗਿਆ ਹੋਵੇ ਜੀ। ਤੇ ਆਹ ਜਿਹੜਾ ਮੈਂ ਦੁੱਖ ਹੰਢਾ ਰਿਹਾ ਇਹਦਾ ਕਾਰਨ ਮੈਂ ਆਪੇ ਹੀ ਆ, ਬੀਜ ਕਿਤੇ ਆਪੇ ਹੀ ਬੋਇਆ ਸੀ। ਹੁਣ ਜਿੱਦਾਂ ਆਪਾਂ ਕਹਿੰਦੇ ਜੀ ਕਿ ਬਰੈਂਪਟਨ ਹਸਪੀਟਲ ਦੇ ਵਿੱਚ ਨਾ ਅਰਸ਼ ਭਾਈ ਸ਼ਰਾਬ ਪੀ ਕੇ ਆਪਣੇ ਜਿਗਰ, ਆਪਣੇ ਲੀਵਰ ਗਾਲ ਕੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਮਰੀਜ਼ ਉੱਥੇ ਆ ਜੀ। ਹੁਣ ਜੇ ਉਹ ਕਹਿਣ ਵੀ ਇਹ ਰੋਗ ਲੱਗ ਗਿਆ ਰੱਬ ਦੀ ਕਰਨੀ ਸੀ, ਕਿਉਂਕਿ ਸ਼ਰਾਬ ਨੂੰ ਤਾਂ ਆਪਾਂ ਪੀ ਵੀ ਜਾਂਦੇ ਆ ਵੀ ਇਹ ਦਾਰੂ ਹੈ, ਵੀ ਉਹ ਹੁਣ ਦਾਰੂ ਹੋਵੇ ਤੇ ਫਿਰ ਜਿਗਰ ਕਿਉਂ ਗਲੇ, ਸਰੀਰ ਕਿਉਂ ਗਲੇ, ਹਨਾ। ਹੁਣ ਇਹ ਤਾਂ ਹੋਣਾ ਨਹੀਂ ਵੀ ਅਸੀਂ ਅੱਜ ਦਾਰੂ 1-2 ਪੈਗ ਪੀਨੇ ਜੀ ਫਿਰ ਆਪਾਂ ਪਖੰਡ ਲੱਭਿਆ ਹੋਇਆ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, 1-2 ਪੈਗਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਹੁਣ 1-2 ਪੈਗਾਂ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਹ ਅਸਲ 'ਚ ਫਰਕ ਪੈਂਦਾ ਕਿ ਨਹੀਂ ਉਸੇ ਵੇਲੇ ਨਹੀਂ ਪਤਾ ਲੱਗ ਜਾਣਾ, 6 ਮਹੀਨਿਆਂ 'ਚ ਨਹੀਂ ਪਤਾ ਲੱਗ ਜਾਣਾ, ਹੋ ਸਕਦਾ 6 ਸਾਲ ਨਾ ਪਤਾ ਲੱਗੇ, ਹੋ ਸਕਦਾ 60 ਸਾਲ ਨਾ ਪਤਾ ਲੱਗੇ, ਪਰ ਕਿਤੇ ਨਾ ਕਿਤੇ ਪਤਾ ਜਦੋਂ ਲੱਗਦਾ ਨਾ ਤੇ ਫਿਰ ਯਾਦ ਕਰ ਲੈਣਾ ਚਾਹੀਦਾ ਉਹ ਦਿਨ ਜਿੱਦਣ 1-2 ਪੈਗ ਪੀਣੇ ਦਾ ਪਹਿਲਾ ਦਿਨ ਸੀ, ਜਿੱਦਣ ਇਹ ਕੰਮ ਸ਼ੁਰੂ ਕੀਤਾ ਸੀ। ਕਿਆ ਬਾਤ। ਉਦਣ ਹੀ ਇਸ ਦੁੱਖ ਦਾ ਬੀਜ ਬੋਲਿਆ ਸੀ ਆਪੇ ਹੀ ਆਪਣੇ ਹੱਥਾਂ ਨਾਲ। ਠੀਕ ਹੈ ਨਾ। ਮਗਰੋਂ ਤਾਂ ਕਹਿ ਦਿੰਦੇ ਮੈਨੂੰ ਪਤਾ ਨਹੀਂ ਲੱਗਾ, ਮਗਰੋਂ ਤਾਂ ਆਪਾਂ ਕਹਿ ਦਿੰਦੇ ਵੀ ਰੱਬ ਦੀ ਮਰਜ਼ੀ ਆ ਜੀ, ਕਿਸਮਤ ਆ ਜੀ। ਨਾਲ ਹੋਣਾ ਜਦੋਂ ਪੀਂਦੇ ਖਾਂਦੇ ਕੁਛ ਨਹੀਂ ਹੁੰਦਾ, ਨਾਲ ਇਹ ਵੀ ਬਹਾਨਾ ਕਈ ਵਾਰ ਸੁਣ ਦੇ ਖੇਖਣ ਵੀ ਮੈਨੂੰ ਤਾਂ ਕਦੀ ਮੈਂ ਤਾਂ ਖਾਈ ਪੀ ਜਾਂਦਾ ਜੀ, ਪਰ ਸੁਣਾ ਮੈਨੂੰ ਤਾਂ ਕਦੀ ਕੁਛ ਹੋਇਆ ਹੀ ਨਹੀਂ ਹੈ ਜੀ। ਬਈ ਇਹ ਜਿਹੜੀਆਂ ਜ਼ਹਿਰਾਂ ਸਰੀਰ ਦੇ ਵਿੱਚ ਸੁੱਟੀਆਂ ਜਾ ਰਹੀਆਂ ਇਹ ਇਹੋ ਜਿਹੀਆਂ ਨਿੱਗੀਆਂ ਵੀ ਇੱਕਦਮ ਬੰਦਾ ਡਿੱਗ ਪਊਗਾ। ਇਹ ਕੁਛ ਮਿੱਠੀਆਂ ਜ਼ਹਿਰਾਂ ਆ ਜਿਨ੍ਹਾਂ ਨੂੰ ਸਰੀਰ ਦੇ ਵਿੱਚ ਅੰਦਰ ਜਾ ਕੇ ਇਕੱਠੀਆਂ ਹੋ ਕੇ ਸਰੀਰ ਨੂੰ ਗਾਲਣ ਨੂੰ, ਨਕਾਰਾ ਕਰਨ ਨੂੰ ਇੱਕ ਸਮਾਂ ਲੱਗਦਾ। ਸਮੇਂ ਤੋਂ ਬਾਅਦ ਜਦੋਂ ਆਪਾਂ ਲੰਮੇ ਪੈ ਜਾਂਦੇ ਆ ਤੇ ਫਿਰ ਆਪਾਂ ਨੂੰ ਯਾਦ ਨਹੀਂ ਰਹਿੰਦਾ ਵੀ ਇਸ ਦੁੱਖ ਦਾ ਵੀ ਆਪੇ ਹੀ ਬੋਇਆ ਸੀ। ਆਪੇ ਹੀ ਖੁਸ਼ੀ ਨਾਲ ਘਰ ਦੇ ਵਿੱਚ ਥੱਲੇ ਬੇਸਮੈਂਟ ਦੇ ਵਿੱਚ ਮਿੰਨੀ ਠੇਕਾ ਖੋਲਿਆ ਸੀ, ਆਪੇ ਹੀ ਸ਼ਰਾਬ ਦੀਆਂ ਵੰਨਗੀਆਂ ਉੱਥੇ ਸਜਾਈਆਂ ਸੀ, ਆਪੇ ਹੀ ਜਾਣੀ ਉਹਦੇ ਸਵਾਦ ਲੈਣ ਦੀ ਕੋਸ਼ਿਸ਼ ਸੀ ਤੇ ਉਹ ਫਿਰ ਸਵਾਦ ਜਦੋਂ ਜ਼ਹਿਰ ਦਾ ਰੂਪ ਧਾਰਿਆ ਤੇ ਉਦੋਂ ਫਿਰ ਮੰਨਿਆ ਨਹੀਂ ਗਿਆ ਵੀ ਹਾਂਜੀ ਵਾਕਈ ਇਸ ਦੁੱਖ ਦਾ ਵੀ ਮੈਂ ਆਪੇ ਹੀ ਬੋਇਆ ਸੀ ਜੀ। ਇਸ ਕਰਕੇ ਭੈਣ ਭਰਾਓ, ਜੇ ਸੁੱਖ ਆਪਣੇ ਕਰਕੇ ਆ ਜਰਾ ਦੇਖ ਲੈਣਾ ਚਾਹੀਦਾ ਵੀ ਦੁੱਖ ਕਿਉਂ ਆ। ਇਹ ਜਿਹੜਾ ਹੁਣ ਸ਼ਰਾਬ ਦੇ ਬਾਰੇ 'ਚ ਏਡੇ ਵੱਡੇ ਜ਼ਬਰਦਸਤ ਅੰਕੜੇ ਆ ਰਹੇ ਆ ਜੀ, ਕਿੱਦਾਂ ਆਪਣੇ ਸਰੀਰਾਂ ਨੂੰ ਲੋਕ ਨਕਾਰਾ ਕਰ ਰਹੇ ਆ। ਹੁਣ ਦੁਨੀਆ ਭਰ ਦੇ ਵਿੱਚ ਸਾਰੀ ਧਰਤੀ ਗਾਹ ਕੇ ਅਸੀਂ ਗਏ ਆ ਬਿਨਾਂ ਸ਼ਰਾਬ ਤੋਂ ਨਾ ਸਾਨੂੰ ਕਦੀ ਨਹੀਂ ਅੱਜ ਤੱਕ ਕਿਸੇ ਨੇ ਪਿਲਾਈ। ਜਿਹੜਾ ਬਹਾਨਾ ਆਪਾਂ ਕਹਿੰਦੇ ਨਾ ਵੀ ਮੈਨੂੰ ਤਾਂ ਮੇਰੇ ਦੋਸਤਾਂ ਨੇ ਪਿਲਾਤੀ, ਮੈਨੂੰ ਤਾਂ ਫਲਾਣੇ ਢਮਕਾਨੀ ਨੇ ਪਿਲਾਤੀ, ਹਨਾ। ਸਾਨੂੰ ਨਹੀਂ ਕਦੀ ਕਿਸੇ ਨੇ ਪਿਲਾਈ। ਕਿਉਂ ਨਹੀਂ ਸਾਨੂੰ ਕਿਸੇ ਨੇ ਪਿਲਾਈ ਅਰਸ਼? ਕਿਉਂਕਿ ਅਸੀਂ ਪੀਣੀ ਨਹੀਂ ਸੀ। ਅਸੀਂ ਪੀਣੀ ਨਹੀਂ ਸੀ ਕਿਉਂਕਿ ਅਕਸਰ ਉਹ ਗਲਾਸੀ ਆਪਣੇ ਸੋਹਣੇ ਹੱਥਾਂ ਨਾਲ ਚੁੱਕ ਕੇ ਬੁੱਲਾਂ ਨੂੰ ਹਰ ਵਿਅਕਤੀ ਆਪ ਲਾਉਂਦਾ, ਉਹਦੇ ਅੰਦਰ ਕੋਈ ਨਹੀਂ ਡੋਲਦਾ। ਸੋ ਤਦ ਕਰਕੇ ਇਹ ਭੈਣ ਭਰਾਓ, ਇਹ ਨੀ ਗਾ ਵੀ ਹੁਣ ਸਾਨੂੰ ਕਦੀ ਕਿਸੇ ਨੇ ਕਿਹਾ ਨਹੀਂ ਵੀ ਪੀ ਲਓ, ਜਦੋਂ ਅਸੀਂ ਉਹਨਾਂ ਨੂੰ ਕਹਿਤਾ ਵੀ ਨਹੀਂ ਪੀਣੀ, ਜਦੋਂ ਹਨਾ ਤੇ ਫਿਰ ਕੌਣ ਪਿਲਾਊਗਾ ਸਾਨੂੰ? ਕੌਣ ਪਿਲਾਊਗਾ? ਕੋਈ ਵੀ ਨਹੀਂ। ਨਾ ਅਸੀਂ ਪੀਣੀ ਆ, ਨਾ ਕਦੀ ਆਏਗਾ ਨੂੰ ਪਿਲਾਉਣੀ ਆ। ਪ੍ਰਿੰਸੀਪਲ ਰੱਖਿਆ ਕੋਈ ਠੇਕਾ ਨਹੀਂ, ਕੋਈ ਕੁਛ ਨਹੀਂ। ਹਾਂਜੀ, ਘਰ ਦੇ ਵਿੱਚ ਖੋਲਿਆ ਹੋਇਆ ਜੀ। ਕਦੇ ਮਰਜ਼ੀ ਰੈਂਡਮ ਮਤਲਬ ਦੇਖਿਆ ਜਾ ਸਕਦਾ। ਸਾਡੇ ਘਰ 'ਚ 2 ਚੀਜ਼ਾਂ ਕਦੇ ਨਹੀਂ ਮਿਲਣਗੀਆਂ, ਨਾ ਕੋਈ ਸ਼ਰਾਬ ਦੀ ਵੰਨਗੀ, ਨਾ ਕੋਈ ਨਸ਼ਾ ਤੇ ਨਾ ਮੀਟ, ਕਦੇ ਵੀ ਨਹੀਂ। ਸੋ ਇਸ ਕਰਕੇ ਅੱਜ ਇਹ ਜਿਹੜਾ ਮੀਟ ਵੀ ਸਮਝਿਆ ਜਾਂਦਾ ਨਾ ਕਿ ਆਪਾਂ ਵਿੱਚੋਂ ਖੇਖਣ ਕਈ ਵਾਰੀ ਗੱਲਾਂ ਤੇ ਕੱਢਦੇ ਆ, ਉਹਨੂੰ ਧਰਮ ਨਾਲ ਜੋੜ ਲਓ ਜੀ, ਉਹਨੂੰ ਜਾਨਵਰਾਂ ਨਾਲ ਜੋੜ ਲਓ ਜੀ। ਚਲੋ ਨਹੀਂ, ਤੁਸੀਂ ਜਾਨਵਰਾਂ ਨੂੰ ਵੀ ਵੱਢਣਾ ਨਾ, ਨਹੀਂ ਉਹ ਕਿਸੇ ਤੇ ਤਰਸ ਕਰਨਾ। ਹਲੇ ਕਿ ਧਰਮ ਤੇ ਹੈਗਾ ਤਰਸ ਕਰਨਾ। ਸਭ ਤੋਂ ਵੱਡਾ ਧਰਮ ਜ਼ਿੰਦਗੀ ਦੇ ਵਿੱਚ ਤਰਸ ਕਰਨਾ ਆ। ਕਿਸੇ ਨੂੰ ਬਖਸ਼ਣਾ ਆ, ਕਿਸੇ ਨੂੰ ਵੱਢਣਾ ਕੱਟਣਾ ਇਹ ਧਰਮ ਨਹੀਂ ਗਾ। ਫਿਰ ਅਸੀਂ ਬਹਾਨਾ ਕੱਢਦੇ ਹਾਂ ਜੀ ਕਣਕ ਆ ਪੌਦੇ ਆ ਉਹ ਵੀ ਖਾਣੇ ਹੀ ਆ। ਯੈਸ, ਪਰ ਇੱਕ ਜਾਨਵਰ ਜਦੋਂ ਵੱਢਿਆ ਕੱਟਿਆ ਜਾ ਰਿਹਾ ਉਹਦੀਆਂ ਅੱਖਾਂ 'ਚ ਕਦੀ ਦੇਖਿਆ ਵੀ ਉਹ ਮਰਨਾ ਚਾਹੁੰਦਾ? ਕਣਕ ਦੀਆਂ ਅੱਖਾਂ ਹੈ ਨਹੀਂ ਜਿਹਦੇ ਵਿੱਚ ਦੇਖ ਸਕੋ। ਕਣਕ ਨੂੰ ਵੱਢਿਆ ਖੂਨ ਤੁਹਾਡੇ ਸਾਹਮਣੇ ਨਹੀਂ ਵਗਦਾ ਸ਼ਾਇਦ, ਪਰ ਜਾਨਵਰ ਨੂੰ ਵੱਢਿਆ ਉਹਦਾ ਖੂਨ ਡੁੱਲਦਾ। ਉਹਦੀਆਂ ਅੱਖਾਂ 'ਚ ਕਦੀ ਦੇਖਣਾ ਵੀ ਉਹ ਮਰਨਾ ਚਾਹੁੰਦਾ ਕਿ ਉਹ ਬਚਣਾ ਚਾਹੁੰਦਾ?
ਕੁਦਰਤ ਨੇ ਜਿਹੜੇ ਜੀਵ ਨੂੰ 84 ਲੱਖ ਜੂਨਾਂ 'ਚ ਜੋ ਸ਼ੇਪ ਦੇ ਦਿੱਤੀ ਉਹਨੂੰ ਉਹ ਬੜੀ ਪਿਆਰੀ ਲੱਗਦੀ, ਉਹਦੇ ਵਿੱਚ ਉਹ ਆਪਣੀ ਉਮਰ ਹੰਢਾਉਣੀ ਚਾਹੁੰਦਾ ਜੀ। ਉਹ ਨਹੀਂ ਚਾਹੁੰਦਾ ਮੈਨੂੰ ਵੱਢ ਕੇ ਕੋਈ ਖਾ ਜਾਵੇ ਟੁਕੜੇ ਕਰਕੇ, ਠੀਕ ਹੈ ਨਾ ਜੀ। ਸੋ ਇਸ ਕਰਕੇ ਆਈ ਡੋਂਟ ਨੋ ਵੀ ਇਹ ਬਹਾਨੇ ਕਿੱਥੋਂ ਕਿੱਥੋਂ ਘੜੇ ਹੋਏ ਆ, ਪਰ ਜਿਹੜਾ ਇਹ ਮੀਟ ਆ ਕੋਈ ਮੰਨੇ ਭਾਵੇਂ ਨਾ, ਇਹ ਵੀ ਇੱਕ ਜ਼ਹਿਰ ਆ, ਇੱਕ ਮਿੱਠੀ ਜ਼ਹਿਰ ਆ ਜਿਹੜੀ ਹੌਲੀ ਹੌਲੀ ਇਕੱਠੀ ਹੋ ਕੇ ਸਰੀਰ ਦੇ ਵਿੱਚ ਤੁਹਾਡੇ ਅੰਦਰ ਜਾ ਕੇ ਐਨੀਮਲ ਫੈਟ ਰੋਗਾਂ ਨੂੰ ਜਨਮ ਇੱਕ ਦਿਨ ਦੇਵੇਗੀ ਜ਼ਰੂਰ। ਦਿੰਦੀ ਵੀ ਉਹ ਹੈਗੀ ਆ, ਮੰਨੀਏ ਢੀਠਦਾਈ ਦੇ ਤਹਿਤ ਭਾਵੇਂ ਆਪਾਂ ਨਾ ਜੀ, ਪਰ ਇਹ ਮੀਟ ਸ਼ਰਾਬਾਂ ਨਸ਼ੇ ਇੱਕ ਮਿੱਠੀਆਂ ਜ਼ਹਿਰਾਂ ਆ ਜਿਹੜੀਆਂ ਕਿ ਗਾਂਹ ਜਾ ਕੇ ਜਦੋਂ ਮਤਲਬ ਸਰੀਰ ਗਲਦਾ ਆਪਾਂ ਲੰਮੇ ਪੈਂਦੇ ਆ ਤੇ ਯਾਦ ਨਹੀਂ ਰਹਿੰਦਾ ਵੀ ਦਿਨੋਂ ਦਿਨ ਇਹ ਦੁੱਖਾਂ ਦੇ ਅਸੀਂ ਜਿਹੜੇ ਬੀ ਆ ਆਪੇ ਹੀ ਬੋਏ ਸੀ, ਜੋ ਕਿ ਅੱਜ ਪੁੰਗਰ ਕੇ ਦਰਖਤ ਬਣ ਗਏ ਤੇ ਪਾ ਦਿੱਤਾ ਲਿਆ ਕੇ ਹਸਪਤਾਲ 'ਚ ਲੰਮੇ ਜੀ, ਠੀਕ ਹੈ। ਸੋ ਇਸ ਕਰਕੇ ਦੁੱਖ ਸੁੱਖ ਮਨੁੱਖ ਦੇ ਆਪਣੇ ਕੰਮ ਦਾ ਨਤੀਜਾ ਹੈ। ਸੁੱਖ ਵੀ ਮੇਰੇ ਕਰਕੇ ਆ, ਦੁੱਖ ਵੀ ਮੇਰੇ ਕਰਕੇ ਆ। ਦੁੱਖ ਦਾ ਕਿਸੇ ਨੂੰ ਉਲਾਂਭਾ ਨਹੀਂ ਤੇ ਸੁੱਖ ਦੀ ਬਹੁਤੀ ਕੋਈ ਆਪਣੇ ਆਪ 'ਚ ਸ਼ਾਬਾਸ਼ ਨਹੀਂ। ਜਿਹਦੇ ਕਰਕੇ ਸੁੱਖ ਹੈਗਾ ਜੇ ਉਹਨੂੰ ਵੀ ਸ਼ਾਬਾਸ਼ ਦੇ ਦਈਏ ਤੇ ਸ਼ਾਇਦ ਸੁੱਖ ਦੂਣ ਸਵਾਇਆ ਆਪਣੀ ਤਬੀਅਤ 'ਚ ਮਹਿਸੂਸ ਹੋ ਸਕਦਾ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਆਪਾਂ ਬਣਾ ਲੈਂਦੇ ਆ ਵੀ ਰੋਣ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ ਤੇ ਹੱਸ ਮੈਂ ਆਪਣੇ ਕਰਕੇ ਰਿਹਾ ਜਾਂ ਰਹੀ ਹਾਂ, ਇਹ ਹੁਣ ਜੇ ਇਦਾਂ ਦੀ ਤਬੀਅਤ ਪਾਈ ਹੈ ਤੇ ਗੱਲ ਵੱਖਰੀ ਹੈ ਸਭ ਕੁਝ ਆਪਣੇ ਕਰਕੇ ਹੀ ਹੈ ਜੀ। 905 813 1320 905 813 1320 ਜੌਲ ਸਾਹਿਬ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ? ਤੁਸੀਂ ਆਪਣੇ ਫੀਡਬੈਕ ਦੇ ਸਕਦੇ ਹੋ। ਤਾਂ ਇਹ ਤੇ ਕਹਿੰਦੇ ਖੱਟੀਆਂ ਮਿੱਠੀਆਂ ਪਿਆਰੀਆਂ ਗੱਲਾਂ ਜੌਲ ਸਾਹਿਬ ਲੈ ਕੇ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਇੰਨਾ ਪਿਆਰੀਆਂ ਖੱਟੀਆਂ ਮਿੱਠੀਆਂ ਗੱਲਾਂ ਤੁਸੀਂ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ ਕਾਫੀ ਟੈਕਸਟ ਮੈਸੇਜ ਵੀ ਸਾਨੂੰ ਆਏ ਨੇ। ਅਗੇਨ ਕਾਲਰਸ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਔਨ ਦੀ ਏਅਰ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ। ਜੌਲ ਸਾਹਿਬ, ਜਿੱਦਾਂ ਕਹੀਏ ਕਿ ਚੇਨ ਆਫ ਰਿਐਕਸ਼ਨਸ ਹੁੰਦੇ ਆ, ਹੁਣ ਤੇਲ ਵੀ ਪ੍ਰਾਈਸਿਸ ਵੀ ਵੱਧ ਚੁੱਕੇ ਨੇ ਤੇ ਅੱਜ ਖਬਰ ਇਹ ਵੀ ਆਈ ਹੈ ਕਿ ਮਿਨੀਮਮ ਵੇਜਸ ਅਕਤੂਬਰ 1 ਤੋਂ ਵੱਧ ਰਹੇ ਨੇ। ਜਦੋਂ ਮਿਨੀਮਮ ਵੇਜਸ ਵੱਧਦੇ ਨੇ ਉਦੋਂ ਫਿਰ ਗਰੋਸਰੀ ਦੀ ਪ੍ਰਾਈਸਿਸ ਵੀ ਵੱਧਦੇ ਨੇ ਤੇ ਫਿਰ ਜਿਹੜਾ ਓਨਰ ਆ, ਜਿਹੜਾ ਕੰਜ਼ਿਊਮਰ ਆ, ਉਹਨੂੰ ਵੀ ਜ਼ਿਆਦਾ ਪੇ ਕਰਨਾ ਪੈ ਰਿਹਾ ਤੇ ਜਿਹੜਾ ਓਨਰ ਹੈ ਉਹਨੂੰ ਵੀ ਪ੍ਰਾਈਸਿਸ ਚੱਕਣੀਆਂ ਪੈ ਰਹੀਆਂ ਜੀ। ਹਾਂ ਜੀ, ਬਿਲਕੁਲ ਅਰਸੇ ਕਹ ਲਓ ਕਿ ਇੱਕ ਚੇਨ ਰਿਐਕਸ਼ਨ ਜਿਸ ਤਰ੍ਹਾਂ ਵੀ ਮਹਿੰਗਾਈ ਦੇ ਵਿੱਚ ਹੈ ਹੀ ਹੈ, ਟਰਾਂਸਪੋਰਟੇਸ਼ਨ ਦੇ ਨਾਲ ਜੁੜਿਆ ਹੋਇਆ ਸਭ ਕੁਝ। ਜੇ ਟਰਾਂਸਪੋਰਟੇਸ਼ਨ ਹੁਣ ਫਿਊਲ ਦੇ ਬੇਸ ਤੇ ਹੈ ਤੇ ਜੇ ਫਿਊਲ ਜਿਹੜਾ ਵੀ ਉਹ ਜਿੰਨਾ ਮਹਿੰਗਾ ਹੋਊਗਾ ਤੇ ਉਹ ਟਰਾਂਸਪੋਰਟੇਸ਼ਨ ਕਾਸਟ ਦੇ ਉੱਤੇ ਹੋਣਾ ਹੀ ਹੋਣਾ ਆ ਤੇ ਪ੍ਰਾਈਸ ਤੇ ਫਿਰ ਨੈਚੁਰਲੀ ਉਹਦਾ ਵੀ ਇੰਪੈਕਟ ਹੋਏਗਾ। ਪਰ ਕੁੱਲ ਮਿਲਾ ਕੇ ਇਹ ਆ ਜੀ ਵੀ ਹੁਣ ਆਪਾਂ ਇੱਥੇ ਪ੍ਰੋਵਿੰਸ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਕਿ ਹਰ ਇੱਕ ਚੀਜ਼ ਜਿਹੜੀ ਆ ਜੀ ਵੀ ਕੋਵਿਡ ਦੇ ਸਮੇਂ ਦੇ ਦੌਰਾਨ ਉਹਦੇ ਵਿੱਚ ਜਿਹੜੀਆਂ ਪ੍ਰਾਈਸਿਸ ਆ ਕਾਫੀ ਮਹਿੰਗੀਆਂ ਹੋਈਆਂ ਤੇ ਅਫੋਰਡੇਬਿਲਿਟੀ ਆ ਜਿਹੜੀ ਲੋਕਾਂ ਦੀ ਜੀ ਵੀ ਬਹੁਤ ਬਹੁਤ ਘਟੀ ਆ। ਅਸਰ ਪਏ ਨੇ ਤਨਖਾਹਾਂ ਜਿਹੜੀਆਂ ਵੀ ਕੰਮ ਕਈ ਲੋਕਾਂ ਦੇ ਖਤਮ ਵੀ ਹੋਏ ਆ, ਪਰ ਜਾਂ ਫਿਰ ਕੰਮ ਜੇ ਹੈਗੇ ਵੀ ਆ ਤੇ ਤਨਖਾਹਾਂ ਦੇ ਵਿੱਚ ਵਾਧਾ ਨਹੀਂਗਾ ਉਹ ਡੋਗੇ ਡਈ ਆ। ਸੋ ਖਾਸ ਤੌਰ ਤੇ ਜਿਹੜੇ ਜੀ ਵੀ ਲੋ ਇਨਕਮ ਜਾਂ ਮਿਡਲ ਇਨਕਮ ਫੈਮਲੀਜ਼ ਹੈਗੀਆਂ ਆ ਵੀ ਉਹਨਾਂ ਦੀਆਂ ਜਿਹੜੀਆਂ ਇਹ ਮਿਨੀਮਮ ਵੇਜਸ ਤੇ ਖਾਸ ਤੌਰ ਤੇ ਵਰਕਰਸ ਨੂੰ ਕੰਮ ਕਰਨਾ ਪੈਂਦਾ ਕਿ ਬਹੁਤ ਇਹੋ ਜਿਹੀ ਮਹਿੰਗਾਈ ਦੇ ਸਮੇਂ ਦੇ ਵਿੱਚ ਸਪੋਰਟ ਕਰਨਾ ਆਪਣੀਆਂ ਫੈਮਲੀਜ਼ ਨੂੰ ਹੋ ਗਿਆ, ਜਿਹਦੇ ਕਰਕੇ ਜੀ ਫਿਰ ਹੁਣ ਇਹ ਮਹਿਸੂਸ ਕੀਤਾ ਜਾਂਦਾ ਵੀ ਸ਼ਾਇਦ ਜਿਹੜੀ ਇਹ ਮਿਨੀਮਮ ਵੇਜ ਆ ਭਾਵੇਂ ਕਿ ਚਲੋ ਕੋਈ ਬਹੁਤ ਵੱਡਾ ਵਾਧਾ ਨਹੀਂ ਆ, ਪਰ ਫਿਰ ਵੀ ਜਿਹੜੇ ਇੰਪਲੋਇਰਸ ਨੇ ਇਹ ਵੇਜਸ ਦੇਣੀਆਂ ਹੁੰਦੀਆਂ ਜੀ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਵਰਕਰਸ ਆ ਉਹਨਾਂ ਨੂੰ ਟਾਈਮਲੀ ਜੀ ਪੇ ਕਰਨਾ। ਤੇ ਜੇ 50 ਸੈਂਟ ਜਾਂ $1 ਵੀ ਕਹ ਲਓ ਪਰ ਆਵਰ ਵੱਧ ਜਾਵੇ ਤੇ ਇੰਪਲੋਇਰ ਨੂੰ ਕਾਫੀ ਖਾਸ ਤੌਰ ਤੇ ਜਿਹੜੇ ਸਮਾਲ ਇੰਪਲੋਇਰਸ ਆ ਉਸ ਦਾ ਅਸਰ ਜਿਹੜਾ ਜੀ ਉਹ ਬਰਡਨ ਮਹਿਸੂਸ ਹੁੰਦਾ ਜੀ। ਪਰ ਫਿਰ ਵੀ ਇਹ ਜੀ ਵੀ ਥੋੜਾ ਜਿਹਾ ਇਹ ਵਾਧਾ ਹੈਗਾ, ਪਰ ਇਹ ਕੁਦਰਤੀ ਅੱਜ ਕਿ ਹੁਣ ਇਸੇ ਸਾਲ ਦੇ ਵਿੱਚ ਹੀ ਦੂਸਰਾ ਹੋਊਗਾ ਮਿਨੀਮਮ ਵੇਜ ਦੇ ਵਿੱਚ ਇਨਕਰੀਜ਼, ਜਿਹੜੀ ਕਿ 1 ਅਕਤੂਬਰ ਤੋਂ ਹੁਣ ਅੱਜ ਜਿਸ ਤਰ੍ਹਾਂ ਕਹਿ ਲਓ ਕਿ ਗੈਸ ਦੀ ਪ੍ਰਾਈਸ ਵੀ ਉਹਨਾਂ ਨੇ ਭਾਵੇਂ ਬਿੱਲ ਲੈ ਕੇ ਆਂਦਾ ਤੇ ਹੋਏਗਾ ਇਲੈਕਸ਼ਨ ਤੋਂ ਬਾਅਦ 1 ਜੁਲਾਈ ਤੋਂ ਉਹਦੇ ਵਿੱਚ ਕਮੀ ਜਿਹੜੀ ਪੌਣੇ 6 ਸੈਂਟ ਦੀ ਆ ਪਰ ਲੀਟਰ ਜੀ। ਏਦਾਂ ਹੀ ਫਿਰ ਜਿਹੜੀ ਇਹ ਮਿਨੀਮਮ ਵੇਜ ਵੀ ਅੱਜ ਵੀ ਇਹਦੇ ਵਿੱਚ ਹੁਣ ਕਿਹਾ ਗਿਆ ਹੈ ਵੀ ਜਨਵਰੀ ਦੇ ਵਿੱਚ ਇਹ $15 ਕੀਤੀ ਗਈ ਸੀਗੀ ਤੇ ਹੁਣ ਗਾਂ ਅਕਤੂਬਰ ਦੇ ਵਿੱਚ ਇਹ 15.5 ਜਿਹੜੀ ਅੱਜ ਵੀ ਇਹ ਡਾਲਰ ਕਰ ਦਿੱਤੇ ਜਾਣ ਦੀ ਗੱਲ ਅੱਜ ਗਵਰਨਮੈਂਟ ਨੇ ਜਿਹੜਾ ਕਿ ਪ੍ਰੀਮੀਅਰ ਡਗਲਸ ਫੋਰਡ ਨੇ ਵੀ ਇਹ ਕਹੀ ਹੈ ਜੀ। ਭਾਵੇਂ ਕਿ ਜਿਹੜੇ ਆਲੋਚਕ ਹੈ ਜਾਣੀ ਕਿ ਵਿਰੋਧੀ ਤਰ੍ਹਾਂ ਖਾਸ ਤੌਰ ਤੇ ਲਿਬਰਲ ਪਾਰਟੀ ਉਹ ਕਹਿੰਦੇ ਜੀ ਕਿ ਜਿਹੜੀਆਂ ਸਾਡਾ ਵੇਜਸ ਵਧਾਉਣ ਦਾ ਜਿਹੜਾ ਪਲਾਨ ਸੀਗਾ ਉਹਦੇ ਮੁਤਾਬਕ ਤੇ ਇਹ ਹੁਣ ਤੱਕ ਜਾਣੀ ਵੇਜ ਆ ਜਿਹੜੀ ਇਹ $17 ਦੇ ਆਸ-ਪਾਸ ਪਹੁੰਚ ਜਾਣੀ ਚਾਹੀਦੀ ਸੀਗੀ।
ਕੰਜ਼ਰਵੇਟਿਵ ਗਵਰਨਮੈਂਟ ਤੇ ਉਸ ਪਲਾਨ ਦੇ ਤਹਿਤ ਇਹ ਵੇਜਸ ਵਧਾਈਆਂ ਨਹੀਂ ਹੈਗੀਆਂ ਜੀ। ਸੋ ਲੇਕਿਨ ਕਿ ਇਹ ਅੱਜ ਵੀ ਹੁਣ ਇਸ ਸਾਲ ਦੇ ਵਿੱਚ ਇਹ ਦੂਸਰੀ ਵਾਰ ਵੇਜ $15 ਤੋਂ ਵਧਾ ਕੇ, ਜਨਵਰੀ ਦੇ ਵਿੱਚ 15 ਸੀ, ਹੁਣ ਪਰ ਆਵਰ ਜਿਹੜਾ ਜੀ ਤੇ $15.5 1 ਅਕਤੂਬਰ ਤੋਂ ਇਹ ਕੀਤੀ ਜਾਊਗੀ। ਤੇ ਉਸ ਲਿਹਾਜ਼ ਨਾਲ ਜਿਹੜਾ ਜੀ ਵੀ ਇਹ ਓਨਟਾਰੀਓ ਦੇ ਵਿੱਚ ਕਹ ਲਓ ਵੀ ਵਰਕਰਸ ਦੀ ਜਦੋਂ ਵੇਜ ਅਰਸ਼ ਵੱਧਦੀ ਆ, ਨੈਚੁਰਲੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੁੰਦੀ ਹੈ ਜੀ, ਭਾਵੇਂ ਉਹ ਵਾਧਾ ਬੜਾ ਮਾਮੂਲੀ ਹੋਵੇ, ਪਰ ਕੁੱਲ ਮਿਲਾ ਕੇ ਇਹਦੇ ਤੋਂ ਥੋੜਾ ਜਿਹਾ ਜੀ ਵੀ ਇਹ ਰਵੱਈਆ ਮਹਿਸੂਸ ਹੁੰਦਾ ਵੀ ਸਰਕਾਰ ਵਰਕਰਸ ਬਾਰੇ ਕੁਝ ਸੋਚ ਰਹੀ ਹੈ ਕਿ ਨਹੀਂ। ਤਾਂ ਲੱਗ ਰਿਹਾ ਇਹਦਾ ਜੀ ਪੋਜ਼ਿਟਿਵ ਇੰਪੈਕਟ ਹੀ ਜਾਏਗਾ। ਜੀ ਸਾਡੇ ਨਾਲ ਕਾਲਰ ਨੇ ਜੀ ਜੌਲ ਸਾਹਿਬ, ਪਹਿਲਾਂ ਤਾਂ ਪਹਿਲੀ ਕਾਲ ਆਉਂਦੀ ਹੈ ਤੇ 905 813 1320 ਸਾਡੇ ਸਟੂਡੀਓ ਦਾ ਨੰਬਰ ਹੈ 905 813 1320। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਮੈਂ ਆਇਰਤਿਆ ਜੀ। ਜੀ ਤੁਸੀਂ ਆਇਰਤੇ ਹੋ? ਅੱਛਾ ਜੀ, ਸਤਪਾਲ ਜੀ ਤੇ ਅਰਸ਼ੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਖਿਆਲ ਬਹੁਤ ਸੋਹਣੇ ਸੀ ਤੇ ਮੈਂ ਇਹੋ ਦਰਖਤਾਂ ਦੇ ਵੀ ਸਾਰੇ ਇਹੋ ਸਰਚ ਕੀਤੀ ਹੈ। ਮੈਂ ਸੁਣਿਆ ਜਾਨੀ ਸਾਇੰਸਦਾਨਾਂ ਤੋਂ ਕਿ ਦਰਖਤ ਵੀ ਹਿਲਦੇ ਆ, ਹਰਕਤ ਕਰਦੇ ਆ ਜਦੋਂ ਲਾਗਲਾ ਦਰਖਤ ਵੱਢ ਹੁੰਦਾ ਜਾਂ ਕੋਈ ਪਸ਼ੂ ਵੱਢ ਹੁੰਦਾ ਜਾਂ ਕੋਈ ਜ਼ੁਲਮ ਹੁੰਦਾ ਨਾ, ਦਰਖਤ ਵੀ ਏਦਾਂ ਕਰਦੇ ਆ। ਬੰਦਾ ਤਾਂ ਕਰਦਾ ਹੀ ਕਰਦਾ ਹੁੰਦਾ। ਅੱਛਾ, ਮੈਂ ਬਿਲਕੁਲ ਹੁਣ ਹਲੇ 76 ਈਅਰ ਓਲਡ ਆ ਅਬਾਊਟ ਅਪਰੋਕਸੀਮੇਟਲੀ, ਤੇ ਮੈਂ ਜੰਗ ਦੀ ਗੱਲ ਦੱਸਦਾ ਜੀ ਤੁਹਾਨੂੰ। ਮੈਂ ਸਭ ਕੁਛ ਖਾਧਾ ਪੀਤਾ, ਸ਼ਰਾਬ, ਮੀਟ, ਆਂਡਾ ਸਭ ਕੁਛ ਖਾਧਾ ਪੀਤਾ ਆ, ਪਰ ਮੈਂ ਚਲੋ ਅੰਮ੍ਰਿਤ ਦੀ ਸਤਿਕਾਰ ਤਾਂ ਬਹੁਤ ਕਰਦਾ, ਮੈਂ ਛਕਿਆ ਨਹੀਂ। ਮੈਂ ਹੁਣ ਮੈਨੂੰ 32 ਸਾਲ ਹੋ ਗਏ ਆ। ਬਿਲਕੁਲ ਜੰਗ ਨੇ ਮੈਂ ਛੱਡਿਆ ਸੀ ਤੇ ਉਹ ਤੋਂ ਬਾਅਦ ਮੈਨੂੰ ਵਿਆਹਾਂ ਸ਼ਾਦੀਆਂ ਦੇ ਬਹੁਤ ਜ਼ੋਰ ਵੀ ਲਾਉਂਦੇ ਰਹੇ ਆ, ਢਾਹ ਕੇ ਵੀ ਮੂੰਹ ਚ ਪਾ ਦੇਣੀ, ਲੈ ਹੁਣ ਬੁੱਲਾਂ ਦੇ ਵਿੱਚ ਤੋਂ ਗਾ ਲੰਘ ਗਈ ਆ, ਮੇਰੇ ਹੁਣ ਅੰਦਰ ਧੌਂਚ ਵੀ ਨਾ, ਹੁਣ ਤੂੰ ਗੱਲ ਤੋਂ ਵੀ ਲੰਘ ਗਿਆ, ਹੁਣ ਤੂੰ ਪੀ ਲਾ। ਪਰ ਮੈਂ ਬਿਲਕੁਲ ਅੱਜ ਤਾਈਂ ਮੈਂ ਹੁਣ ਸ਼ਰਾਬ ਨਹੀਂ ਪੀਤੀ ਮੁੜ ਕੇ। ਵੈਰੀ ਗੁੱਡ ਵੈਰੀ ਗੁੱਡ। ਬਿਨਾਂ ਹੀ ਉਦਾਂ ਹੀ ਛੱਡਤੀ। ਪਰ ਕੋਈ ਕਹਿੰਦੇ ਲਓ ਜੀ ਸਾਨੂੰ ਪੜਾ, ਜਦੋਂ ਮੈਂ ਨਵਾਂ ਕੈਨੇਡਾ ਸਾਨੂੰ ਪਾਰਟੀ ਦੇ ਵੀ ਪੜਾ, ਮੈਂ ਕਿਹਾ ਮੈਂ ਤਾਂ ਸ਼ਰਾਬ ਨਹੀਂ ਪੀਂਦਾ। ਨਹੀਂ ਅਸੀਂ ਪੀਂਦੇ ਹਾਂ, ਤੂੰ ਨਾ, ਮੇਰੇ ਕੋਲ ਪੈਸੇ ਹੈ ਨਹੀਂ, ਰਾਹ ਜਾਂਦੇ ਸੀ ਆਉਂਦੇ ਸੀ, ਨਹੀਂ ਪੈਸੇ ਵੈਸੇ ਕੱਢ ਦੋ, ਸਾਨੂੰ ਫੇਰ ਕਟਾ ਦੇ ਤੂੰ। ਮੈਂ ਪੜਾਈ ਜੀ, ਮੈਂ ਕਿਹਾ ਵੀ ਜੇ ਲਿਆਉਣੀ ਵਧੀਆ ਲਿਆਇਓ, ਇੱਕ ਘਟੇ ਨਾ ਜੀ। ਲਓ ਜੀ ਉਹ ਮੰਨ ਗਿਆ, ਸਾਰੀ ਕੀਤੀ ਪਾਰਟੀ ਕੀਤੀ। ਪਰ ਮੈਂ ਅੱਜ ਤਾਈਂ ਓਦਾਂ ਸੁਧਾਰ ਨਹੀਂ ਕਰਤਾ ਵੀ ਮੈਂ ਸ਼ਰਾਬ ਨਹੀਂ ਮੁੜ ਕੇ ਮੂੰਹ ਲਾਇਆ। ਮੀਟ, ਅੰਡਾ, ਸ਼ਰਾਬ ਨਥਿੰਗ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਜੌਲ ਸਾਹਿਬ। ਹਾਂਜੀ, ਨਹੀਂ ਇਹਨਾਂ ਦਾ ਥੈਂਕ ਯੂ ਕਰਦੇ ਆ, ਇਹਨਾਂ ਨੇ ਕਾਲ ਕੀਤੀ ਹੈ ਤੇ ਬੜੇ ਡਿਟਰਮਿਨਡ ਨੇ। ਇਸ ਤਰ੍ਹਾਂ ਦੇ ਜਿਹੜੇ ਜੀ ਵੀ ਸਾਨੂੰ ਚਾਹੀਦੇ ਨੇ ਕਮਿਊਨਿਟੀ ਦੇ ਵਿੱਚ ਮੈਂਬਰ ਜਿਹੜੇ ਕਿ ਜਾਣੀ ਆਪ ਚਾਨਣ ਬਣਾ ਰਹਾ ਵੀ ਹੋਣ, ਆਪ ਜਿਹੜੇ ਰੋਲ ਮਾਡਲ ਵੀ ਬਣਨ। ਕਿਉਂਕਿ ਜਿਹੜੀ ਬੋਡੀ ਆ ਨਾ ਜੀ, ਤੁਸੀਂ ਇੱਕ ਸਰਟਨ ਲਾਈਫ ਸਪੈਨ ਦੇ ਵਿੱਚ ਕੁਝ ਗਲਤੀਆਂ ਕਰਦੇ ਹੋ ਤੇ ਜੇ ਜਾਣੀ ਸਮੇਂ ਸਿਰ ਤੁਸੀਂ ਮੈਸੇਜ ਨੂੰ ਸਮਝ ਜਾਵੋ ਤੇ ਬੋਡੀ ਦੇ ਵਿੱਚ ਕੈਪੈਸਿਟੀ ਹੁੰਦੀ ਆ ਵੀ ਉਹ ਥੋੜੇ ਬਹੁਤੇ ਨੁਕਸਾਨ ਨੂੰ ਰਿਕਵਰ ਕਰ ਸਕਦੀ ਆ ਜੀ। ਪਰ ਜੇ ਜਾਣੀ ਕਿ ਤੁਸੀਂ ਐਨ ਗਾਲਣ ਤੱਕ ਹਟਦੇ ਹੀ ਨਹੀਂ ਤੇ ਗਾਂਹ ਜਾ ਕੇ ਇਮਿਊਨ ਸਿਸਟਮ ਤੇ ਬੋਡੀ ਦੀ ਸਮਰੱਥਾ ਕਮਜ਼ੋਰ ਵੀਕ ਹੁੰਦੀ ਜਾਂਦੀ ਆ ਨਕਾਰਾਂ, ਉੱਤੋਂ ਤੁਸੀਂ ਅੰਦਰ ਜਾਣੀ ਅਲਕੋਹਲ ਡੋਲੀ ਤੁਰੀ ਜਾ ਰਹੇ ਹੋ ਤੇ ਫਿਰ ਉਹ ਬੋਡੀ ਨੂੰ ਜਿਹੜਾ ਰਿਕਵਰ ਕਰਨ ਦੀ ਸਮਰੱਥਾ ਸੀ, ਸਮਾਂ ਸੀ, ਉਹ ਜਦੋਂ ਲੰਘ ਜਾਂਦਾ ਤੇ ਫਿਰ ਸਰੀਰ ਤੁਹਾਡਾ ਗਲਣ ਵਾਲੇ ਪਾਸੇ ਨੂੰ ਤੁਰਦਾ ਜੀ। ਰਾਈਟ। ਉਹ ਫਿਰ ਭਾਵੇਂ ਬਾਅਦ ਦੇ ਵਿੱਚ ਜਦੋਂ ਗਲਣਾ ਸ਼ੁਰੂ ਹੋ ਜੇ ਛੱਡ ਹੀ ਦੋ, ਪਰ ਬੋਡੀ ਜਿਹੜੀ ਉਹਨੂੰ ਰਿਕਵਰ ਨਹੀਂ ਕਰ ਸਕਦੀ ਹੁੰਦੀ ਉਸ ਲੋਸ ਨੂੰ, ਹਨਾ। ਸੋ ਤਦ ਕਰਕੇ ਇਹ ਆ ਜੀ ਕਿ ਚਲੋ ਥੋੜਾ ਬਹੁਤਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨੇ ਕੋਈ ਕੁਰਾਏ ਪੈ ਕੇ ਕੁਝ ਕਰ ਲਿਆ ਹੋਵੇ, ਪਰ ਜੇ ਉਹ ਸਮੇਂ ਸਿਰ ਸੰਭਲ ਗਿਆ ਹੋਵੇ ਤੇ ਉਹਦੀ ਬੋਡੀ ਹੋ ਸਕਦਾ ਜੀ ਵੀ ਉਸ ਲੋਸ ਨੂੰ ਰਿਕਵਰ ਕਰ ਜਾਵੇ ਜੀ। ਪਰ ਦੂਸਰਾ ਇਹ ਹੈ ਜੀ ਵੀ ਜਾਨੀ ਕਿਤੇ ਨਾ ਕਿਤੇ ਤਾਂ ਸਾਨੂੰ ਕਾਮਨ ਸੈਂਸ ਜਿਹੜੀ ਵਰਤਣੀ ਪੈਂਦੀ ਆ। ਹੁਣ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਨੰਬਰ 1 ਕਿਉਂ ਨੇ? ਕਿਉਂਕਿ ਲੋਕਾਂ ਨੂੰ ਸਿਖਾਉਂਦੇ ਆ ਉਹਨਾਂ ਦੀ ਕਾਮਨ ਸੈਂਸ ਤੇ ਐਨ ਰੇਤੀ ਫੇਰ ਕੇ ਸਕੂਲਾਂ 'ਚ ਤੇਜ਼ ਕਰ ਦਿੰਦੇ ਬੱਚਿਆਂ ਦੀ ਕਾਮਨ ਸੈਂਸ। ਤੂੰ ਆਪਣੇ ਦਿਮਾਗ ਨਾਲ ਸੋਚਣਾ ਵੀ ਇਹ ਗਲਤ ਆ ਕਿ ਠੀਕ ਆ, ਤੇ ਮੈਂ ਗਲਤ ਕਰੂੰ ਤੇ ਇਹਦਾ ਸਿੱਟਾ ਕੀ ਹੋਊ, ਮੈਂ ਠੀਕ ਕਰੂੰ ਤੇ ਇਹਦਾ ਸਿੱਟਾ ਕੀ ਹੋਊ, ਹਨਾ। ਕਾਮਨ ਸੈਂਸ। ਹਰ ਤੈਨੂੰ ਮਤਲਬ ਬੰਧਨਾਂ 'ਚ ਬੰਦ ਕੇ ਨਹੀਂ ਵੀ ਡੰਡੇ ਨਾਲ ਤੋੜਿਆ ਜਾ ਰਿਹਾ, ਕਾਨੂੰਨ ਤੇਰੇ ਲਈ ਸਖਤ ਕੀਤਾ ਜਾ ਰਿਹਾ। ਇੱਥੇ ਕਾਨੂੰਨ ਤੇ ਅੱਗੇ ਕੋਈ ਹੁੰਦੇ ਸੀਗੇ ਸਮੇਂ ਵੀ ਮੂੰਹ ਜ਼ਬਾਨੀ ਜਾ ਕੇ ਜੋ ਕਹਦੇ ਉਹ ਮੰਨ ਲੈਂਦੇ ਸੀ ਸੱਚ। ਪਰ ਗਾਂ ਜਦੋਂ ਹੁਣ ਬਣ ਦੀ ਲੱਕੜੀ ਆਈ ਆ, ਬੇਈਮਾਨੀਆਂ ਆਪਣੀਆਂ ਨਾਲ ਇੰਪੋਰਟ ਕੀਤੀਆਂ ਇੱਥੇ, ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਨੁਕਸ ਫੇ ਇਹਨਾਂ 'ਚ ਕੱਢਦੇ ਆ ਜੀ ਕਾਨੂੰਨ ਮਾੜਾ। ਮਿਨਿਸਟਰੀ 'ਚ ਨੁਕਸ ਆ ਜੀ, ਹਨਾ। ਉਹ ਮਿਨਿਸਟਰੀ ਸਾਡੇ ਆਉਣ ਤੋਂ ਪਹਿਲਾਂ ਠੀਕ ਸੀ ਤੇ ਹੁਣ ਨੁਕਸ ਕਿੱਦਾਂ ਹੋ ਗਿਆ ਮਿਨਿਸਟਰੀ 'ਚ? ਹੈ ਪਹਿਲਾਂ ਅਸੀਂ ਨੁਕਸ ਪਾ ਲੈਂਦੇ ਆ ਤੇ ਮੁੜ ਕੇ ਕਹਿੰਦੇ ਆ ਜੀ ਇਹਨਾਂ 'ਚ ਨੁਕਸ ਆ ਜੀ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਇਹ ਦਰਖਤ ਵੀ ਹਿਲਦੇ ਆ, ਸਭ ਕੁਛ ਆ, ਠੀਕ ਆ ਜੀ। ਪਰ ਮੈਂ ਸਮਝਦਾ ਵੀ ਜਿਹੜਾ ਇੱਕ ਜਾਨਵਰ ਵੱਢਿਆ ਕੱਟਿਆ ਜਾ ਰਿਹਾ ਤੁਹਾਡੇ ਸਾਹਮਣੇ,
ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖੋ ਵੀ ਉਹ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਵੀ ਮੈਂ ਜੀਣਾ ਚਾਹੁੰਦਾ ਕਿ ਮੈਂ ਮਰਨਾ ਚਾਹੁੰਦਾ। ਉਹਦਾ ਜਦੋਂ ਖੂਨ ਡੁੱਲਦਾ, ਜਿਹੜਾ ਟਕੂਆ ਉਹਦੇ ਤੇ ਚੱਲਦਾ, ਉਹ ਕਦੀ ਆਪਣੇ ਤੇ ਚਲਾ ਕੇ ਦੇਖਣਾ ਤੇ ਉਹਦਾ ਦਰਦ ਮਹਿਸੂਸ ਹੋ ਜਾਏਗਾ। ਓਨਾ ਹੀ ਹੁੰਦਾ ਉਹਨੂੰ ਵੀ, ਓਨਾ ਹੀ ਹੁੰਦਾ ਉਹਨੂੰ ਵੀ। ਸੋ ਕਾਮਨ ਸੈਂਸ ਹੁਣ ਇਹ ਆ ਕਿ ਜੇ ਸਾਨੂੰ ਨਹੀਂ ਸਮਰੱਥਾ ਪ੍ਰਮਾਤਮਾ ਨੇ ਕਿਸੇ ਕਾਰਨ ਕਰਕੇ ਸ਼ਾਇਦ ਦਿੱਤੀ ਹੋਊਗੀ, ਤੇ ਵੈਜੀਟੇਸ਼ਨ ਦਾ ਜਿਹੜਾ ਅਸੀਂ ਪੱਠੇ ਵੱਢ ਲਏ ਜੀ, ਫਸਲਾਂ ਬੀਜ ਲਈਆਂ, ਵੱਢ ਲਈਆਂ, ਵੀ ਉਹਨਾਂ ਦਾ ਦਰਦ ਚਲੋ ਸਾਨੂੰ ਨਹੀਂ ਸਮਝਣ ਦੀ ਕਾਮਨ ਸੈਂਸ ਪ੍ਰਮਾਤਮਾ ਨੇ ਦਿੱਤੀ ਹੋਊ ਵੀ ਇਹ ਤੁਹਾਡੇ ਲਈ ਚਾਹੀਦੀਆਂ ਨੇ, ਹਨਾ। ਪਰ ਹੁਣ ਜਾਨਵਰ ਕੱਟ ਹੁੰਦਾ, ਉਹ ਤੇ ਕਹਿ ਰਿਹਾ ਮੈਨੂੰ ਨਾ ਵੱਢੋ, ਕਿਉਂਕਿ ਜਿਨ੍ਹਾਂ ਜਾਨਵਰਾਂ ਨੂੰ ਕੱਟ ਕੇ ਵੱਢਣ ਵਾਲੇ ਕਸਾਈਆਂ ਦੇ ਜੀਵਨ ਨੂੰ ਅਸੀਂ ਫੋਲੋ ਕੀਤਾ ਵੀ ਉਹ ਖੁਦ ਪਾਗਲ ਹੋ ਕੇ ਮਰਦੇ ਨੇ ਜੀ। ਵੱਧ ਦੁਆ ਤੇ ਲੱਗਦੇ ਆ। ਹੁਣ ਕੋਈ ਢੀਠ ਆਤਮਾ ਮਹਿਸੂਸ ਕਰੇ ਜਾਂ ਭਾਵੇਂ ਨਾ, ਹਨਾ ਜੀ। ਤੁਸੀਂ, ਮੈਂ ਸਮਝਾਂਗਾ ਜੀ ਵੀ ਕੋਈ ਲੇਲਾ ਵੱਢ ਦਿੰਦੇ ਹੋ ਜਿਹੜਾ ਵਿਚਾਰਾ 6 ਮਹੀਨਿਆਂ ਦਾ ਹੀ ਆ ਜੀ, 1 ਸਾਲ ਦਾ ਹੀ ਆ, ਉਹਨੇ ਜੇ ਜ਼ਿੰਦਗੀ 'ਚ ਕੀ ਦੇਖਿਆ ਕਿ ਭਾਵੇਂ ਜਾਨਵਰ ਹੈ, ਉਹਨੂੰ ਪ੍ਰਮਾਤਮਾ ਨੇ, ਰੱਬ ਨੇ ਜੀਵ ਬਣਾਇਆ, ਇੱਕ 84 ਲੱਖ ਜੂਨਾਂ ਦੇ ਵਿੱਚੋਂ ਜੂਨ ਹੈ ਜੀ। ਤੁਸੀਂ ਉਹਨੂੰ ਵੱਢ ਕੇ ਟੁਕੜੇ ਕਰਕੇ ਖਾ ਗਏ ਹੈ। ਤੇ ਅੱਛਾ, ਤੁਹਾਨੂੰ ਕੀ ਲੱਗਦਾ ਵੀ ਉਹਨੇ ਮਰਨ ਲੱਗਿਆ ਫਿਰ ਅੱਖਾਂ ਉਹਦੀਆਂ ਨੇ ਤੁਹਾਨੂੰ ਕੋਈ ਬਦਦੁਆ ਨਾ ਦਿੱਤੀ ਹੋ? ਉਹਦਾ ਕੋਈ ਲੈਣਾ ਦੇਣਾ ਹਿਸਾਬ ਕਿਤਾਬ ਨਾ ਹੋਊਗਾ? ਇਸੇ ਕਰਕੇ ਸਰੀਰ ਗਲਦੇ ਆ। ਸੋ ਤਦ ਕਰਕੇ ਇਹ ਮੀਟ ਜਿਹੜੀ ਹਿਊਮਨ ਕਹਿ ਲਓ ਕਿ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇਹ ਜਿਹੜੀ ਐਨੀਮਲ ਫੈਟ ਆ, ਇਹ ਨੁਕਸਾਨ ਇਸ ਤਰੀਕੇ ਦੇ ਨਾਲ ਕਰਦੀ ਹੈ। ਚਰਬੀ ਜਿਹੜੀ ਜਮਾ ਹੋ ਕੇ ਜੀ, ਐਨੀਮਲ ਦੀ ਜਿਹੜੀ ਚਰਬੀ ਜਿੰਨਾ ਜ਼ਿਆਦਾ ਅੰਦਰ ਪਾਈ ਤੁਰੇ ਜਾਓਗੇ, ਗਾਂ ਕਿਤੇ ਨਾ ਕਿਤੇ ਫਿਰ ਬੋਡੀ ਨੇ ਜਵਾਬ ਜਦੋਂ ਅੰਦਰੋਂ ਦੇ ਜਾਣਾ, ਤੇ ਫਿਰ ਬਹਾਨੇ ਜਾਂ ਕਿਸਮਤਾਂ ਤੇ ਹੋਰ ਪਤਾ ਨਹੀਂ ਆਪਾਂ ਕੀ ਵਰਤਾਂਗੇ। ਪਰ ਬੀ ਇਹਦਾ ਅੰਦਰ ਆਪੇ ਹੀ ਬੋਈ ਗਏ ਸੀ, ਬੀ ਇਹਦਾ ਅੰਦਰ ਆਪੇ ਹੀ ਬੋਈ ਗਏ ਸੀ। ਭਾਵੇਂ ਢੀਠਤਾਈਆਂ ਦੇ ਤਹਿਤ ਸਫਾਈਆਂ ਦਿੱਤੀਆਂ ਗਈਆਂ, ਸਭ ਕੁਛ ਠੀਕ ਆ, ਹਨਾ, ਆਪਣੀ ਅਕਲ ਆਪਣੀ ਮਨਮਤ ਦੇ ਮੁਤਾਬਕ। ਪਰ ਜੇ ਲੱਭਣ ਜਾਈਏ ਤਾਂ ਗੁਰਬਾਣੀ ਦੇ ਵਿੱਚ ਬਥੇਰਾ ਕੁਛ ਆ। ਚਲੋ ਧਰਮ ਨੂੰ ਛੱਡ ਦਿਓ ਇੱਕ ਪਾਸੇ, ਸਿੱਖਿਆਵਾਂ ਨੂੰ ਛੱਡ ਦਿਓ ਇੱਕ ਪਾਸੇ, ਬਹੁਤੀਆਂ ਅਕਲਾਂ ਨੂੰ ਰੱਖ ਲਓ ਇੱਕ ਪਾਸੇ, ਪਰ ਸਿੰਪਲ ਇੱਕ ਜਾਨਵਰ ਵੱਢਣ ਲੱਗੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਲਓ, ਕਾਮਨ ਸੈਂਸ ਕੀ ਕਹਿ ਰਹੀ ਹੈ। ਉਹ ਕਹਿ ਰਿਹਾ ਮੈਨੂੰ ਮਾਰ ਦੋ, ਕਹਿ ਰਿਹਾ ਮੈਨੂੰ ਵੱਢ ਦੋ। ਉਹ ਕੋਈ ਬੰਦਾ ਸਾਨੂੰ ਵੱਢ ਕੇ ਬੰਨ ਕੇ ਵੱਢ ਦੇਵੇ, ਕੌਣ ਮਰਨਾ ਚਾਹੁੰਦਾ ਇਸ ਜ਼ਿੰਦਗੀ ਦੇ ਵਿੱਚ ਹੈ? ਸੋ ਇਸ ਕਰਕੇ ਜਿੱਥੇ ਜਾਨਵਰ ਦੀ ਧੌਣ ਹੈ ਉੱਥੇ ਜਰਾ ਆਪਣੀ ਧੌਣ ਰੱਖ ਕੇ ਦੇਖੇ ਤੇ ਫਿਰ ਪਤਾ ਲੱਗੇ ਕਸਾਈ ਨੂੰ ਕਿ ਇਹਦਾ ਦਰਦ ਕੀ ਹੈ। ਜੀ ਜੌਲ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਗੱਲਾਂ ਬਾਤਾਂ, ਸਾਨੂੰ ਟੈਕਸਟ ਮੈਸੇजेस ਆ ਰਹੇ ਨੇ, ਬਹੁਤ ਵਧੀਆ ਤੁਸੀਂ ਵਿਚਾਰ ਰੱਖੇ ਨੇ, ਕਾਲਸ ਫਲੈਸ਼ ਕਰਨੇ, ਪਰੰਤੂ ਸਮੇਂ ਦੇ ਘਾਟ ਕਰਕੇ ਸਾਨੂੰ ਅਗਲਾ ਪ੍ਰੋਗਰਾਮ ਉਲੀਕਣਾ ਪੈ ਰਿਹਾ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜੌਲ ਸਾਹਿਬ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋ, ਡਾਇਰੈਕਟਲੀ ਇਹਨਾਂ ਦਾ WhatsApp ਨੰਬਰ ਤੇ ਤੁਸੀਂ ਐਡ ਕਰ ਸਕਦੇ ਹੋ, ਇਹਨਾਂ ਨਾਲ ਖੁਦ ਗੱਲਬਾਤ ਕੀਤੀ ਜਾ ਸਕਦੀ ਹੈ। 4168953784 4168953784 ਤੇ ਜੌਲ ਸਾਹਿਬ ਦੇ ਨਾਲ ਤੁਸੀਂ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ ਇਸ ਵਿਸ਼ੇ ਦੇ ਉੱਤੇ। ਤੇ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।